ਕੱਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਬਾਰੇ ਹੋਈਆਂ ਪਹਿਲੀਆਂ ਪਛੀਣ ਗੋਈਆਂ ਸੰਜੀ ਕੋਲੋਂ ਸੁਣੀਆਂ ਸਨ ਕਿ ਕਿਸ ਤਰ੍ਹਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੀ ਆਮਦ ਬਾਰੇ ਪਹਿਲਾਂ ਹੀ ਇਸ਼ਾਰੇ ਕਰ ਦਿੱਤੇ, ਦੱਸ ਦਿੱਤਾ ਕਿ ਇੱਕ ਅਵਤਾਰ ਜਿਹੜਾ ਹੈ ਉਹ ਮਾਲਵੇ ਦੀ ਧਰਤੀ ਦੇ ਉੱਤੇ ਹੋਵੇਗਾ। ਅਸੀਂ ਅੱਜ ਉਸ ਤੋਂ ਅੱਗੇ ਚੱਲਣਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਵਾਸਤੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਿੱਤਰ ਨਾਟਕ ਵਿੱਚ ਇਹ ਗੱਲ ਸਪਸ਼ਟ ਕਰਕੇ ਸਾਨੂੰ ਦੱਸ ਗਏ ਸਨ ਕਿ ਜੋ ਅਵਤਾਰ ਆਉਂਦਾ ਹੈ ਉਹਦੇ ਵਾਸਤੇ ਪਹਿਲਾਂ ਹੀ ਥਾਂ ਜਿਹੜਾ ਹੈ ਉਹ ਨਿਰਧਾਰਿਤ ਕਰ ਦਿੱਤਾ ਜਾਂਦਾ ਹੈ ਪਰਮੇਸ਼ਰ ਵੱਲੋਂ। ਉਹ ਕੁੱਲ ਜਿਹੜੀ ਹੈ ਉਹ ਵੇਖੀ ਜਾਂਦੀ ਹੈ, ਉਹ ਕਿਸ ਤਰ੍ਹਾਂ ਦੀ ਹੈ, ਉਹ ਪਰਿਵਾਰ ਵੇਖਿਆ ਜਾਂਦਾ ਹੈ, ਉਹ ਮਾਤਾ ਪਿਤਾ ਵੇਖਿਆ ਜਾਂਦਾ ਹੈ। ਕਿਉਂ ਆਪਾਂ ਇਹ ਪਾਠ ਸੁਣਿਆ ਜਾਂ ਪੜ੍ਹਿਆ ਕਿ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਆਇਸ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਨੇ ਸੇਵਾ ਕੀਤੀ ਤਾਂ ਉਹਨਾਂ ਤੇ ਪਰਮੇਸ਼ਰ ਪ੍ਰਸੰਨ ਹੋਇਆ ਤੇ ਅਵਤਾਰ ਉਹਨਾਂ ਦੇ ਘਰ ਆਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਤਾਂ ਆਪਾਂ ਨੂੰ ਉਹ, ਕਿਉਂਕਿ ਆਪਾਂ ਗੁਰਬਾਣੀ ਦੇ ਵਿੱਚ ਇਹ ਵੀ ਪਾਠ ਪੜ੍ਹਿਆ ਕਿ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਇਹ ਪਾਠ ਵੀ ਆਪਾਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ। ਉਹ ਕੁੱਲ ਧੰਨ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਸ ਕੁੱਲ ਦੇ ਵਿੱਚ ਆਉਂਦੇ ਨੇ ਉਸ ਕੁੱਲ ਦਾ ਸੰਬੰਧ ਜਿਹੜਾ ਹੈ ਲਲਤੋ ਪਿੰਡ ਦੇ ਨਾਲ ਹੈ। ਹਰਸਾ ਸਿੰਘ ਇਹਨਾਂ ਦਾ ਬਜ਼ੁਰਗ ਸੀ ਜਿਸ ਦੇ ਘਰ ਦੇ ਵਿੱਚ ਗੁਰਸਾ ਸਿੰਘ ਪੁੱਤਰ ਹੋਇਆ। ਗੁਰਸਾ ਸਿੰਘ ਦਾ ਸੋਹਲ ਤੋਂ ਬਾਅਦ ਲੱਦੇ ਦੇ ਘਰ 4 ਪੁੱਤਰ ਪੈਦਾ ਹੋਏ। ਵੱਡੇ ਦਾ ਨਾਮ ਸੀ ਨੱਥਾ ਸਿੰਘ, ਫਿਰ ਜੱਸਾ ਸਿੰਘ, ਉਸ ਤੋਂ ਬਾਅਦ ਸਾਹਿਬ ਸਿੰਘ ਤੇ ਸਰਵਣ ਸਿੰਘ। ਇਹ 4 ਪੁੱਤਰ ਸਨ। ਨੱਥਾ ਸਿੰਘ ਤੇ ਜੱਸਾ ਸਿੰਘ ਇਹ ਪਿੰਡ ਰਾਈਆਂ ਜਿਹੜਾ ਹੈ ਇਹ ਰਾਏ ਗੋਤ ਦੇ ਜ਼ਿਮੀਂਦਾਰਾਂ ਨੇ ਬੰਨਿਆ ਤੇ ਜਦੋਂ ਇਹ ਪਿੰਡ ਵੱਜ ਗਿਆ, ਇਸ ਪਿੰਡ ਵਿੱਚ ਵਸਣ ਵਾਲੇ ਲੋਕਾਂ ਨੂੰ ਜ਼ਰੂਰਤ ਸੀ, ਉਹਨਾਂ ਜ਼ਿਮੀਂਦਾਰਾਂ ਕਰਦੇ ਲੋਕਾਂ ਨੂੰ, ਕਿ ਲੋਹਾਰਾ ਤਰਖਾਣਾ ਕਰਨ ਵਾਲਾ ਵੀ ਜਿਹੜਾ ਪਰਿਵਾਰ ਹੈ ਇਸ ਪਿੰਡ ਵਿੱਚ ਹੋਣਾ ਚਾਹੀਦਾ ਹੈ। ਇਸ ਕਰਕੇ ਉਸ ਸਮੇਂ ਤੱਕ ਲਲਤੋ ਪਿੰਡ ਜਿਹੜਾ ਹੈ ਬੜਾ ਮਸ਼ਹੂਰ ਪਿੰਡ ਸੀ ਲੋਹਾਰੇ ਤਰਖਾਣੇ ਦੇ ਵਿੱਚ, ਕਿਉਂਕਿ ਹਰਸਾ ਸਿੰਘ ਦੀ ਜਿਹੜੀ ਆਪਣੀ ਇੱਕ ਇਸ ਤਰ੍ਹਾਂ ਕਹਿ ਲਈਏ ਕਿ ਸੋਭਾ ਆਲੇ ਦੁਆਲੇ ਮਾਲਵੇ ਦੇ ਵਿੱਚ ਫੈਲੀ ਹੋਈ ਸੀ ਕਿ ਉਹਨਾਂ ਦਾ ਕੰਮ ਬੜਾ ਸ਼ਾਨਦਾਰ ਹੈ, ਕੰਮ ਬੜਾ ਵਧੀਆ ਹੈ। ਇਸ ਕਰਕੇ ਲੋਕ ਬੜੀ ਦੂਰੋਂ ਲਲਤੋ ਪਿੰਡ ਦੇ ਵਿੱਚ ਆਪਣਾ ਕੰਮ ਕਰਵਾਉਣ ਵਾਸਤੇ, ਲੋਹਾਰੇ ਤਰਖਾਣੇ ਦੇ ਕੰਮ ਕਰਵਾਉਣ ਵਾਸਤੇ ਜਾਂਦੇ ਸਨ। ਇਸ ਰਾਈਆਂ ਪਿੰਡ ਦੇ ਇੱਕ ਨੰਬਰਦਾਰ ਚੈਨਾ ਨਾਮ ਆਉਂਦਾ ਇਤਿਹਾਸ ਦੇ ਵਿੱਚ, ਤੇ ਕੁਝ ਮੌਤਬਰ ਬੰਦੇ ਲਲਤੋ ਪਿੰਡ ਜਾਂਦੇ ਨੇ ਤੇ ਬਾਬੇ ਲੱਦੇ ਦੇ ਕੋਲ ਜਾ ਕੇ ਇਹਨਾਂ ਨੇ ਆਖਿਆ ਕਿ ਸਾਨੂੰ ਵੀ ਆਪਣੇ ਪੁੱਤਰਾਂ ਨੂੰ ਸਾਡੇ ਨਾਲ ਭੇਜੋ, ਸਾਡੇ ਪਿੰਡ ਦੇ ਵਿੱਚ ਵੀ ਜਿਹੜੇ ਹਨ ਉਹ ਇਹ ਕਾਰਜ ਜਿਹੜਾ ਹੋ ਸਕੇ, ਸਾਨੂੰ ਦੂਰ ਬਹੁਤ ਆਉਣਾ ਪੈਂਦਾ ਹੈ। ਇਸ ਕਰਕੇ ਬਾਬੇ ਲੱਦੇ ਨੇ ਆਪਣੇ 2 ਵੱਡੇ ਪੁੱਤਰ ਨੱਥਾ ਸਿੰਘ ਤੇ ਜੱਸਾ ਸਿੰਘ ਉਹਨਾਂ ਦੇ ਨਾਲ ਤੋਰੇ। ਬਾਬਾ ਨੱਥਾ ਸਿੰਘ ਤੇ ਬਾਬਾ ਜੱਸਾ ਸਿੰਘ ਜੀ ਇਸ ਰਾਈਆਂ ਪਿੰਡ ਵਿੱਚ ਆ ਜਾਂਦੇ ਨੇ। ਬਾਬਾ ਜੱਸਾ ਸਿੰਘ ਬਾਰੇ ਇਹਨਾਂ ਦਾ ਵਿਆਹ ਜਿਹੜਾ ਸੀ ਉਹ ਉਟਾਲਾ ਪਿੰਡ ਦੇ ਵਿੱਚ ਸਦਾ ਕੌਰ ਦੇ ਨਾਲ ਹੋਇਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਤਾ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਇੱਕ ਧਰਮਾਤਮਾ ਪੁਰਸ਼ ਸਨ, ਬਾਬਾ ਜੱਸਾ ਸਿੰਘ ਇੱਕ ਧਰਮਾਤਮਾ ਪੁਰਸ਼ ਸਨ। ਇਸ ਤਰ੍ਹਾਂ ਦੇ ਪੁਰਸ਼ ਸਨ ਕਿ ਜਿਨ੍ਹਾਂ ਦੀ ਸ਼ੋਭਾ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ, ਆਲੇ ਦੁਆਲੇ ਦੇ ਨਗਰਾਂ ਦੇ ਵਿੱਚ ਇਸ ਤਰ੍ਹਾਂ ਦੀ ਸੀ ਕਿ ਲੋਕੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਸਨ ਕਰਦੇ। ਜਦੋਂ ਬਾਬਾ ਜੱਸਾ ਸਿੰਘ ਹੋਰੀ ਇੱਥੇ ਆਉਂਦੇ ਨੇ ਤੇ ਲੋਹਾਰੇ ਤਰਖਾਣੇ ਦੇ ਕੰਮ ਦੇ ਨਾਲ ਇਹ ਕੁਛ ਜ਼ਮੀਨ ਜਿਹੜੀ ਹੈ ਉਹ ਵੀ ਠੇਕੇ ਹਿੱਸੇ ਤੇ ਲੈ ਕੇ ਉਹ ਵਾਹੀ ਕਰਦੇ ਨੇ। ਤੇ ਜਦੋਂ ਵਾਹੀ ਕਰਦੇ ਨੇ, ਇੱਕ ਘਟਨਾ ਜਿਹੜੀ ਹੈ ਉਹ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਹੋਰਾਂ ਨੇ ਕਿ ਇੱਕ ਵਾਰੀ ਇਹਨਾਂ ਦੇ ਖੇਤ ਦੇ ਵਿੱਚ ਪਏ ਦਾਣੇ, ਉਹਨਾਂ ਲੱਗੇ ਹੋਏ ਬੋਲ ਦੇ ਉੱਤੇ ਕੁਛ ਚੋਰ ਆਣ ਪਏ। ਚੋਰਾਂ ਨੇ ਪੰਡਾਂ ਭਰ ਲਈਆਂ ਦਾਣਿਆਂ ਦੀਆਂ। ਜਦੋਂ ਚੋਰਾਂ ਨੇ ਪੰਡਾਂ ਭਰ ਲਈਆਂ ਦਾਣਿਆਂ ਦੀਆਂ ਤਾਂ ਬਾਬਾ ਜੱਸਾ ਸਿੰਘ ਇੰਨੇ ਚਿਰ ਨੂੰ ਪਿੰਡੋਂ ਆ ਰਹੇ ਸਨ। ਉਹਨਾਂ ਨੇ ਵੇਖਿਆ ਕਿ ਚੋਰ ਦਾਣੇ ਜਿਹੜੇ ਹਨ ਉਹ ਚੁੱਕਦੇ ਪਏ ਨੇ ਮੇਰੇ ਬੋਲ ਤੋਂ, ਉਹਨਾਂ ਦਾਣਿਆਂ ਦੇ ਢੇਰ ਦੇ ਵਿੱਚੋਂ।
ਤਾਂ ਉਹਨਾਂ ਨੇ ਪੰਡਾਂ ਪਾਈਆਂ ਵੇਖ ਕੇ ਆਪਣੀ ਚਾਦਰ ਦਾ ਨਾਲ ਆਪਣਾ ਮੂੰਹ ਲਪੇਟ ਲਿਆ ਵੀ ਚਲੋ ਜੇ ਹੁਣ ਉਹਨਾਂ ਪਾ ਹੀ ਲਈਆਂ ਨੇ, ਜੇ ਉਹਨਾਂ ਨੇ ਰਾਤ ਆਪਣੀ ਭੰਨ ਕੇ ਇਹ ਕੰਮ ਕੀਤਾ ਹੈ ਤੇ ਕਿਉਂ ਉਹ ਮੈਨੂੰ ਵੇਖ ਕੇ ਇਹ ਛੱਡ ਕੇ ਜਾਣ। ਇਸ ਤਰ੍ਹਾਂ ਦਾ ਮਨ, ਇਸ ਤਰ੍ਹਾਂ ਦਾ ਵੀ ਜੇ ਉਹਨਾਂ ਪਾ ਹੀ ਲਈਆਂ ਨੇ ਤੇ ਫਿਰ ਚੁੱਕ ਲੈਣ। ਆਪਣਾ ਮੂੰਹ ਲਪੇਟ ਕੇ ਉਸ ਜਿਸ ਰਸਤੇ ਤੁਰੇ ਆ ਰਹੇ ਸਨ, ਜਿਸ ਵੱਟ ਤੇ ਆ ਰਹੇ ਸਨ ਉਸ ਖੇਤ ਵੱਲ, ਉਹ ਰਸਤਾ ਬਦਲ ਲਿਆ। ਉਹਨਾਂ ਚੋਰਾਂ ਨੂੰ ਉਹ ਚੀਜ਼ਾਂ ਜਿਹੜੀਆਂ, ਉਹ ਦਾਣੇ ਜਿਹੜੇ ਸਨ ਉਹ ਚੁੱਕਣ ਦਿੱਤੇ। ਪਰ ਪਿੰਡਾਂ ਦੇ ਵਿੱਚ ਇਹ ਗੱਲ ਵੀ ਆਲੇ ਦੁਆਲੇ ਇੱਥੇ ਫੈਲੀ ਹੋਈ ਸੀ ਕਿ ਜਿਹੜੇ ਲੋਕ ਜੱਸਾ ਸਿੰਘ ਦਾ ਨੁਕਸਾਨ ਕਰਦੇ ਨੇ, ਉਹਦੇ ਖੇਤਾਂ ਦੇ ਵਿੱਚ ਪਸ਼ੂ ਛੱਡਦੇ ਨੇ ਜਾਂ ਉਹਦੇ ਦਾਣੇ ਚੁੱਕਦੇ ਨੇ, ਜਾਂ ਚੋਰੀਆਂ ਆਮ ਹੁੰਦੀਆਂ ਸਨ ਪਿੰਡਾਂ ਦੇ ਵਿੱਚ ਕਿ ਕੋਈ ਉਹਨਾਂ ਦਾ ਪਸ਼ੂ ਜਿਹੜਾ ਹੈ ਚੁਰਾਉਂਦਾ ਹੈ ਤੇ ਉਹਦਾ ਨੁਕਸਾਨ ਵੱਡਾ ਹੁੰਦਾ, ਪਰਮੇਸ਼ਰ ਉਹਦਾ ਨੁਕਸਾਨ ਕਰਦਾ ਹੈ, ਕਿਉਂਕਿ ਜੱਸਾ ਸਿੰਘ ਇੱਕ ਧਰਮਾਤਮਾ ਪੁਰਸ਼ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਇਸ ਘਰ ਦੇ ਵਿੱਚ ਹੋਇਆ। ਉਹ ਥਾਂ ਜਿੱਥੇ ਅੱਜ ਆਪਾਂ ਦਰਸ਼ਨ ਕਰਨ ਜਾਂਦੇ ਹਾਂ, ਇਹੀ ਕਮਰਾ ਸੀ ਜਦੋਂ ਉਹਨਾਂ ਨੇ ਰਾਈਆਂ ਪਿੰਡ ਦੇ ਲੋਕਾਂ ਨੇ ਜਦੋਂ ਦੋਵਾਂ ਭਰਾਵਾਂ ਨੂੰ ਲੈ ਕੇ ਆਏ, ਨੱਥਾ ਸਿੰਘ ਤੇ ਜੱਸਾ ਸਿੰਘ ਨੂੰ, ਇਸੇ ਕਮਰੇ ਦੇ ਵਿੱਚ। ਬਾਅਦ ਵਿੱਚ ਨੱਥਾ ਸਿੰਘ ਹੋਰੀ, ਕਿਉਂਕਿ ਉਹਨਾਂ ਦਾ ਪੁੱਤਰ ਵੀ ਸੀ ਦਰਬਾਰਾ ਸਿੰਘ, ਉਸ ਸਮੇਂ ਜਦੋਂ ਇਸ ਨਗਰ ਦੇ ਵਿੱਚ ਆਉਂਦੇ ਨੇ ਉਹ ਫਿਰ ਵੱਖਰੇ ਥਾਂ ਦੇ ਉੱਤੇ ਰਹਿਣ ਲੱਗ ਜਾਂਦੇ ਨੇ। ਇਸ ਜਗ੍ਹਾ ਦੇ ਉੱਤੇ ਪਿਤਾ ਜੱਸਾ ਸਿੰਘ ਹੋਰੀ ਰਹੇ ਨੇ। ਉਸ ਕਮਰੇ ਦੇ ਵਿੱਚ ਜਿਸ ਰਾਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੁੰਦਾ ਹੈ, ਜਿਹਨੂੰ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਸੋਏ ਨੇਤ ਫਿਰ ਫੁਰੀ ਸਨ ਸੰਮਤ 72 ਮੇਂ ਮਾਘ ਸੁਦੀ ਪੰਚਮੀ ਸਵੇਰੇ ਗੁਰੂ ਵਾਰ ਕੇ ਜ਼ਿਲ੍ਹਾ ਲੁਧਿਆਣਾ ਗਾਮ ਭੈਣੀ ਨਾਮ ਜਾਣੈ ਆਮ ਪ੍ਰਗਟੇ ਸਿੰਘ ਰਾਮ ਕਲ ਮਲੈ ਟਾਰਕੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਮਾਘ ਸੁਦੀ ਪੰਚਮੀ ਦੀ ਰਾਤ ਨੂੰ ਜਿਸ ਰਾਤ ਅਵਤਾਰ ਹੁੰਦਾ ਹੈ, ਅਵਤਾਰ ਵੀ ਇੱਕ ਅਲੌਕਿਕ ਹੈ, ਵੱਖਰੀ ਕਿਸਮ ਦਾ ਹੈ। ਪਰ ਮੈਂ ਇਸ ਡਿਬੇਟ ਦਾ ਵੀ ਹਾਮੀ ਨਹੀਂ ਹੈਗਾ, ਕਿਉਂਕਿ ਬਹੁਤ ਵਾਰੀ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਨੂੰ ਇਸ ਤਰ੍ਹਾਂ ਕਿਹਾ ਜਾਵੇ ਕਿ ਮਾਤਾ ਦੇ ਗਰਭ ਵਿੱਚੋਂ ਨਹੀਂ ਆਏ, ਇਸ ਨੂੰ ਇਸ ਤਰ੍ਹਾਂ ਕਿਹਾ ਜਾਵੇ ਕਿ ਉਹ ਪਰਮੇਸ਼ਰ ਵੱਲੋਂ ਆਏ ਨੇ। ਅਵਤਾਰ ਦੀ ਮਰਜ਼ੀ ਹੈ, ਜੇ ਉਹ ਮਾਤਾ ਦੇ ਗਰਭ ਚੋਂ ਆਉਂਦੇ ਨੇ ਤੇ ਤਾਂ ਵੀ ਉਹਦਾ ਕੁਝ ਨਹੀਂ ਘਟਦਾ, ਜੇ ਉਹ ਮਾਤਾ ਦੇ ਗਰਭ ਤੋਂ ਬਿਨਾਂ ਆਉਂਦੇ ਨੇ ਤੇ ਤਾਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਇਹ ਇਸ ਤਰ੍ਹਾਂ ਦਾ ਵੱਖਰਾ ਜਿਹੜਾ ਹੈ, ਵਖਰੇਵਾਂ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਵਿਖਾਇਆ ਜਾਵੇ। ਮਾਤਾ ਦੇ ਗਰਭ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀਆਂ ਨੇ ਤੇ ਮਾਤਾ ਤੋਂ ਉਹਨਾਂ ਨੇ ਜਨਮ ਜਿਹੜਾ ਹੈ ਲਿਆ ਹੈ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਅਵਤਾਰ ਬਾਰੇ ਜਿਹੜਾ ਭਾਈ ਸੰਤੋਖ ਸਿੰਘ ਜੀ ਸਾਡਾ ਸਭ ਤੋਂ ਪਹਿਲੇ ਇਤਿਹਾਸਕਾਰ ਜਿਹੜੇ ਨੇ ਉਹ ਲਿਖਦੇ ਪਏ ਨੇ, ਉਹ ਕਹਿੰਦੇ ਨੇ ਵੀ ਉਹ ਕਸ਼ਮੀਰਨ ਜਿਹੜੀ ਦਾਈ ਸੀ, ਕੀ ਹੋਇਆ ਕਿ ਇੱਕ ਮਾਸ ਦਾ ਜਿਹੜਾ ਉਹ ਗੁਥਲੀ ਜੀ ਪੈਦਾ ਹੋਈ, ਜਿਹਨੂੰ ਮਸ਼ਕ ਕਹਿ ਦਿੱਤਾ ਗਿਆ। ਉਹਨੂੰ ਜਦੋਂ ਪਿਤਾ ਜੱਸਾ ਸਿੰਘ ਨੇ ਤੀਲੇ ਦੇ ਨਾਲ ਛੇੜਿਆ, ਇੱਕ ਡੱਕੇ ਦੇ ਨਾਲ ਛੇੜਿਆ, ਤਾਂ ਉਹਦੇ ਵਿੱਚੋਂ ਜਿਹੜਾ ਸੀ ਉਹ ਪਾਣੀ ਜਿਹਾ ਨਿਕਲਿਆ, ਖੂਨ ਜਿਹਾ ਨਿਕਲਿਆ, ਹੋਰ ਕੁਝ ਵੀ ਨਹੀਂ ਸੀ। ਤਾਂ ਇੱਕ ਆਵਾਜ਼ ਵੀ ਉਹਨਾਂ ਨੇ ਕਹੀ ਕਿ ਹਾਏ ਰਾਮ ਕੀ ਦਾ ਕੀ ਹੋ ਗਿਆ, ਤੇ ਲੋਕ ਸਵੇਰੇ ਮਸ਼ਕਰੀਆਂ ਕਰਨਗੇ। ਇਹ ਸ਼ਬਦ ਵੀ ਪਿਤਾ ਜੱਸਾ ਸਿੰਘ ਦੇ ਸਨ ਕਿ ਸਵੇਰੇ ਲੋਕ ਮਸ਼ਕਰੀਆਂ ਕਰਨਗੇ ਕਿ ਜੱਸੇ ਦੇ ਘਰ ਕੀ ਹੋਇਆ। ਤੇ ਉਹ ਜਿਹੜੀ ਉਹ ਮਸ਼ਕ ਜੀ ਮਾਸ ਦੀ ਪੈਦਾ ਹੋਈ ਸੀ, ਜਿਹੜੀ ਹੋਈ ਸੀ, ਉਸ ਨੂੰ ਦਬਾ ਦਿੱਤਾ ਗਿਆ ਉੱਥੇ ਘਰ ਦੇ ਵਿੱਚ ਹੀ ਟੋਇਆ ਪੱਟ ਕੇ। ਜਦੋਂ ਉਹ ਮਸ਼ਕ ਦਬਾ ਦਿੱਤੀ ਗਈ, ਉਹ ਕਸ਼ਮੀਰਨ ਦਾਈ ਜਿਹੜੀ ਸੀ ਉਹ ਵਾਪਸ ਘਰੇ ਚਲੀ ਜਾਂਦੀ ਹੈ ਆਪਣੇ ਰਾਤ ਨੂੰ। ਤੇ ਸਵੇਰ ਦੇ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਮਾਤਾ ਸਦਾ ਕੌਰ ਜੀ ਇਸ਼ਨਾਨ ਕਰਕੇ ਦੁਬਾਰਾ ਆਪਣੇ ਮੰਜੇ ਤੇ ਆਉਂਦੇ ਨੇ, ਕੀ ਵੇਖਦੇ ਨੇ? ਇੱਕ ਨੂਰਾਨੀ ਚਿਹਰੇ ਵਾਲਾ ਬਾਲਕ ਜਿਹੜਾ ਉਹ ਮੰਜੇ ਦੇ ਉੱਤੇ ਖੇਡ ਰਿਹਾ ਹੈ, ਹੱਸ ਰਿਹਾ ਹੈ। ਉਸ ਚਿਹਰੇ ਨੂੰ ਵੇਖ ਕੇ ਮਾਤਾ ਨੇ ਦਵਾ-ਦਵ ਉਸ ਬੱਚੇ ਨੂੰ ਗੋਦੀ ਵਿੱਚ ਲਿਆ। ਤਾਂ ਉਹ ਸਵੇਰੇ ਜਦੋਂ ਸਵੇਰ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਬੱਚੇ ਦੀਆਂ ਨੇੜੇ ਵਾਲੇ ਕਿਲਕਾਰੀਆਂ ਸੁਣ ਕੇ, ਹਾਸਾ ਸੁਣ ਕੇ ਬੱਚੇ ਦਾ, ਉਹ ਵੇਖਣ ਆਉਂਦੇ ਨੇ। ਭਾਈ ਰਾਤ ਜੱਸੇ ਦੇ ਘਰ ਕਿਸੇ ਕੋਈ ਬਾਲਕ ਆਇਆ, ਲੋਕ ਵੇਖ ਕੇ ਜਾਂਦੇ ਪਏ ਨੇ। ਕਿਸੇ ਨੇ ਉਸ ਕਸ਼ਮੀਰਨ ਦਾਈ ਨੂੰ ਵੀ ਜਾ ਕੇ ਦੱਸਿਆ ਕਿ ਜੱਸੇ ਦੇ ਘਰ ਜਿਹੜਾ ਰਾਤ ਬਾਲਕ ਪੈਦਾ ਹੋਇਆ, ਤੂੰ ਦੱਸਿਆ ਹੀ ਨਹੀਂ ਆਣ ਕੇ। ਉਹ ਆਖਣ ਲੱਗੀ ਨਹੀਂ, ਬਾਲਕ ਤਾਂ ਨਹੀਂ ਪੈਦਾ ਹੋਇਆ, ਮਸ਼ਕ ਪੈਦਾ ਹੋਈ ਸੀ ਮਾਸ ਦੀ, ਉਹ ਦੱਬ ਦਿੱਤੀ ਹੈ। ਉਹ ਆਖਣ ਲੱਗੇ ਤੂੰ ਝੂਠ ਬੋਲਦੀ ਹੈ, ਜਾ ਕੇ ਵੇਖ, ਬੜਾ ਸੁੰਦਰ ਬਾਲਕ ਜਿਹੜਾ ਜੱਸੇ ਦੇ ਘਰ ਦੇ ਵਿੱਚ ਖੇਡਦਾ ਪਿਆ ਪਲੰਗ ਤੇ। ਤੇ ਫਿਰ ਉਹ ਦਾਈ ਵੀ ਆਉਂਦੀ ਹੈ। ਸਭ ਤੋਂ ਪਹਿਲਾਂ ਸਾਡਾ ਇਤਿਹਾਸ ਕਹਿੰਦਾ ਕਿ ਉਸ ਦਾਈ ਨੇ ਆਣ ਕੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਉਸ ਦਾਈ ਨੇ ਸਭ ਤੋਂ ਪਹਿਲਾਂ ਇਹ ਗੱਲ ਆਖੀ ਸੀ, ਜਿਵੇਂ ਪਿਤਾ ਕਾਲੂ ਨੂੰ ਸਭ ਤੋਂ ਪਹਿਲਾਂ ਇਹ ਗੱਲ ਦਾਈ ਨੇ ਹੀ ਆਖੀ ਸੀ ਕਿ ਨਾਨਕ ਜਿਹੜਾ ਹੈ ਇਹ ਸਧਾਰਨ ਬੱਚਾ ਨਹੀਂ। ਸਧਾਰਨ ਬੱਚੇ ਮੈਂ ਬਹੁਤ ਵੇਖੇ ਨੇ, ਪਰ ਇਹ ਸਧਾਰਨ ਬੱਚਾ ਨਹੀਂ। ਇਸੇ ਤਰ੍ਹਾਂ ਇਹ ਵੀ ਇਸ ਦਾਈ ਨੇ ਸਭ ਤੋਂ ਪਹਿਲਾਂ ਇਹ ਗੱਲ ਆਖੀ ਪਿਤਾ ਜੱਸਾ ਸਿੰਘ ਨੂੰ ਕਿ ਇਹ ਸਧਾਰਨ ਬੱਚਾ ਨਹੀਂ। ਇਸ ਦਾ ਚਿਹਰੇ ਦਾ ਨੂਰ ਦੱਸਦਾ ਪਿਆ, ਇਸ ਦਾ ਖੇੜਾ ਦੱਸਦਾ ਪਿਆ
ਤੇ ਇਸ ਦੇ ਜਿਹੜੇ ਅੰਗ ਨੇ, ਇਹਦੀ ਡੀਲ ਡੋਲ ਹੈ, ਉਹ ਦੱਸਦੀ ਪਈ ਹੈ ਕਿ ਇਹ ਸਧਾਰਨ ਬੱਚਾ ਨਹੀਂ, ਮੈਂ ਸਧਾਰਨ ਬੱਚੇ ਬਹੁਤ ਵੇਖੇ ਨੇ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਮੇਂ ਦੇ ਨਾਲ ਹੌਲੀ ਹੌਲੀ ਜਿਹੜੇ ਨੇ ਉਹ ਆਪਣੇ ਸਮੇਂ ਦੇ ਨਾਲ ਚੱਲਦਾ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਸਮੇਂ 7 ਮਹੀਨਿਆਂ ਦੇ ਸਨ ਜਦੋਂ ਪਹਿਲੀ ਵਾਰ ਨਾਨਕੇ ਜਾਂਦੇ ਨੇ। ਭਾਈ ਸੰਤੋਖ ਸਿੰਘ ਕਹਿੰਦੇ ਨੇ ਨੰਗਲ ਵਿੱਚ ਜਦੋਂ ਮਾਤਾ ਲੈ ਕੇ ਜਾਂਦੀ ਹੈ ਉਹਨਾਂ ਨੂੰ ਨਾਨਕੇ, ਤਾਂ ਪਿੱਛੋਂ ਪਿਤਾ ਜੱਸਾ ਸਿੰਘ ਹੋਰੀ ਉਹਨਾਂ ਨੂੰ ਲੈਣ ਵਾਸਤੇ ਆਉਂਦੇ ਨੇ। ਤੇ ਜਦੋਂ ਲੈਣ ਵਾਸਤੇ ਆਉਂਦੇ ਨੇ ਤੇ ਨਾਨੀ ਇਹ ਗੱਲ ਕਹਿੰਦੀ ਹੈ ਕਿ ਮੈਂ ਤਾਂ ਭਾਈ ਦੋਤਰੇ ਨੂੰ ਉਦੋਂ ਘੱਲਾਂਗੀ ਜਦੋਂ ਤੁਰਨ ਲੱਗ ਪਿਆ, ਐਵੇਂ ਨਹੀਂ ਭੇਜਣਾ, ਜਦੋਂ ਤੁਰਨ ਲੱਗ ਪਿਆ ਉਦੋਂ ਭੇਜਾਂਗੀ। ਤਾਂ 7 ਮਹੀਨਿਆਂ ਦੇ ਸਨ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 5 ਡਿੰਗਾਂ 5 ਕਦਮ ਜਿਹੜੇ ਸਨ ਉਹ ਪੁੱਟ ਕੇ ਵਿਖਾ ਦਿੱਤੇ। ਤਾਂ ਪਿਤਾ ਜੱਸਾ ਸਿੰਘ ਆਖਣ ਲੱਗੇ ਵੇਖ ਤੁਰਨ ਲੱਗ ਪਿਆ ਇਹ। ਤੇ ਉਹ ਫਿਰ ਵਾਪਸ ਇੱਥੇ ਆਉਂਦੇ ਨੇ। ਇਹ ਪਿੰਡ ਜਿਹੜਾ ਭੈਣੀ ਸਾਹਿਬ ਹੈ, ਜਦੋਂ ਸਾਡਾ ਇਤਿਹਾਸ ਕਹਿੰਦਾ ਕਿ ਜਦੋਂ ਪਹਿਲੀ ਵਾਰ ਨਾਨਕਿਓਂ ਲੈ ਕੇ ਆ ਰਹੇ ਨੇ 7 ਮਹੀਨਿਆਂ ਬਾਅਦ, ਉਦੋਂ ਇੱਥੇ ਰਾਮਦਾਸਪੁਰੇ ਆਉਂਦੇ ਨੇ, ਉਦੋਂ ਰਾਈਆਂ ਨਹੀਂ ਆਉਂਦੇ। ਇਹਦਾ ਮਤਲਬ ਇਹ ਹੈ ਕਿ ਛੇਤੀ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਬਾਅਦ ਇਹ ਪਿੰਡ ਜਿਹੜਾ ਸੀ ਇੱਥੇ ਪਿਤਾ ਜੱਸਾ ਸਿੰਘ ਹੋਰੀ ਆ ਗਏ, ਕਿਉਂਕਿ ਇਹ ਪਿੰਡ ਵੀ ਰਾਈਆਂ ਦੇ ਜ਼ਿਮੀਂਦਾਰਾਂ ਨੇ ਵਸਾਇਆ ਸੀ। ਆਲਾ ਸਿੰਘ ਨੇ ਵਸਾਇਆ ਸੀ, ਪਹਿਲਾਂ ਭੂੰਦੜ ਨੇ ਵਸਾਇਆ, ਭੈਣੀ ਭੂੰਦੜ ਨਾਮ ਨਾਲ ਪ੍ਰਸਿੱਧ ਹੋਇਆ। ਬਾਅਦ ਵਿੱਚ ਆਲੇ ਨੇ ਵਸਾਇਆ। ਕੁਛ ਲੋਕ ਉੱਠ ਕੇ ਰਾਈਆਂ ਤੋਂ ਇਸ ਜਗ੍ਹਾ ਦੇ ਉੱਤੇ ਆਣ ਕੇ ਵਸ ਗਏ ਤੇ ਉਹਨਾਂ ਨੂੰ ਵੀ ਲੋੜ ਸੀ, ਆਖਰ ਫਿਰ ਉਹਨਾਂ ਨੂੰ ਰਾਈਆਂ ਜਾਣਾ ਪੈਂਦਾ ਸੀ ਕੰਮਕਾਰ ਵਾਸਤੇ। ਤੇ ਇਸ ਕਰਕੇ ਫਿਰ ਪਿਤਾ ਜੱਸਾ ਸਿੰਘ ਹੋਰੀ ਇੱਥੇ ਆ ਗਏ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਹਿਲੀ ਵਾਰ ਜਦੋਂ ਨਾਨਕਿਆਂ ਤੋਂ ਆਉਂਦੇ ਨੇ ਉਦੋਂ ਇੱਥੇ ਰਾਮਦਾਸਪੁਰੇ ਹੀ ਆਉਂਦੇ ਨੇ। ਬਾਅਦ ਵਿੱਚ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਇਸੇ ਪਿੰਡ ਵਿੱਚ ਸ੍ਰੀ ਭੈਣੀ ਸਾਹਿਬ ਹੀ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਇਹ ਦਿਨ ਨੇ ਬਚਪਨ ਦੇ, ਉਹ ਵੀ ਬੜੇ ਅਲੌਕਿਕ ਨੇ, ਕਿਉਂਕਿ ਸਤਿਗੁਰੂ ਜੀ ਬਾਹਰ ਥੋੜ੍ਹੇ ਹੀ ਸਮੇਂ 5 ਕੁ ਸਾਲਾਂ ਦੇ ਸਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੰਗਣੀ ਹੁੰਦੀ ਹੈ। ਮੰਗਣੀ ਦੀ ਵੀ ਇੱਕ ਘਟਨਾ ਬੜੀ ਦਿਲਚਸਪ ਹੈ ਕਿ ਜਦੋਂ ਪਹਿਲੀ ਵਾਰ ਸਾਬੂ ਧਰੋੜਾਂ ਦਾ ਆਣ ਕੇ ਘਰੇ ਆਣ ਕੇ ਇਹ ਗੱਲ ਕਹਿੰਦਾ ਹੈ ਕਿ ਵੇਖ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵਿਹੜੇ ਦੇ ਵਿੱਚ ਖੇਡਦਿਆਂ ਕਿ ਇਸ ਬੱਚੇ ਦਾ ਤਾਂ ਰਿਸ਼ਤਾ ਮੈਂ ਕਰ ਆਇਆ। ਉੱਧਰ ਜਾ ਕੇ ਜਦੋਂ ਦੱਸਿਆ ਜਾਂਦਾ ਹੈ ਮਾਤਾ ਜੱਸਾਂ ਦੇ, ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਹਿਲ ਸਨ, ਉਹਨਾਂ ਦਾ ਨਾਮ ਮਾਤਾ ਜੱਸਾਂ ਸੀ, ਤੇ ਉਹਨਾਂ ਦੇ ਮਾਤਾ ਨੂੰ ਦੱਸਿਆ ਜਾਂਦਾ ਕਿ ਮੈਂ ਤਾਂ ਭੈਣੀ ਆਲੇ ਦੇ ਵਿੱਚ ਰਿਸ਼ਤਾ ਕਰ ਆਇਆ ਕੁੜੀ ਦਾ। ਤਾਂ ਉਹਨਾਂ ਆਖਿਆ ਜੀ ਉਹ ਤਾਂ ਪਿੰਡ ਹੀ ਛੋਟਾ ਹੈ। ਪਿੰਡ ਛੋਟੇ ਦਾ ਮਤਲਬ ਉਹਨਾਂ ਦਾ ਮਤਲਬ ਇਹ ਸੀ ਕਿ ਉਹ ਇੱਕ ਸ਼ਬਦ ਹੋਰ ਵਰਤਦੇ ਨੇ ਕਿ ਸਾਡਾ ਮਾਲ ਚਰਨ ਉਸ ਪਿੰਡ ਜਾਂਦਾ ਹੈ, ਸਾਨੂੰ ਪਤਾ ਉਹ ਤੇ ਪਿੰਡ ਹੀ ਛੋਟਾ ਜਿਹਾ। ਪਿੰਡ ਛੋਟੇ ਦਾ ਮਤਲਬ ਇਹ ਸੀ ਕਿ ਜਿਹੜੇ ਪਿੰਡ ਦੇ ਵਿੱਚ ਘਰ ਹੀ ਥੋੜ੍ਹੇ ਜਿਹੇ ਨੇ, ਉੱਥੇ ਇੱਕ ਲੋਹਾਰ ਜਾਂ ਤਰਖਾਣ ਦਾ ਗੁਜ਼ਾਰਾ ਕਿਸ ਤਰ੍ਹਾਂ ਦਾ ਹੋ ਸਕੇਗਾ, ਗੁਜ਼ਾਰਾ ਕਿਵੇਂ ਹੋਏਗਾ ਜਿਹਦੇ ਪਿੰਡ ਦੇ ਵਿੱਚ ਘਰ ਹੀ ਥੋੜ੍ਹੇ ਨੇ, ਉਹ ਤਾਂ ਪਿੰਡ ਹੀ ਛੋਟਾ ਜਿਹਾ। ਉਹ ਸਾਬੂ ਕਹਿੰਦਾ ਵੀ ਨਹੀਂ, ਪਿੰਡ ਛੋਟਾ ਨਹੀਂ, ਪਿੰਡ ਬਹੁਤ ਵੱਡਾ ਹੈ, ਤੁਹਾਨੂੰ ਛੋਟਾ ਲੱਗਦਾ, ਉਹ ਪਿੰਡ ਬਹੁਤ ਵੱਡਾ ਹੈ। ਤਾਂ ਉਹ ਸਮਾਂ ਪੈਂਦਾ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ 7 ਸਾਲਾਂ ਦੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਦਾ ਵਿਆਹ ਹੁੰਦਾ ਹੈ। ਇਹ ਕਿਰਪਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤੀ ਹੈ। ਭਾਵੇਂ ਅਸੀਂ ਜੋ ਮਰਜ਼ੀ, ਜਿਹੜੀਆਂ ਮਰਜ਼ੀਆਂ ਸਟੇਜਾਂ 'ਤੇ ਉਹ ਅੱਜ ਲੋਕ ਜਿਵੇਂ ਦੀਆਂ ਮਰਜ਼ੀ ਗੱਲਾਂ ਕਰਦੇ ਨੇ ਕਿ ਇਸਤਰੀਆਂ ਦੇ ਉੱਤੇ ਜਿਹੜੀ ਇਹ ਕਿਰਪਾ ਕਰਨੀ, ਭਾਵੇਂ ਕਿ ਉਹਨਾਂ ਦਾ ਆਪਣਾ ਵਿਆਹ 7 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ, ਇਹ ਬਾਲ ਵਿਆਹ ਹੁੰਦੇ ਸਨ, ਛੋਟੀ ਉਮਰ ਦੇ ਵਿੱਚ ਜਿਹੜੇ ਸਨ ਉਹ ਵਿਆਹ ਹੋ ਜਾਂਦੇ ਸਨ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਹਿਲੀ ਵਾਰ ਜਦੋਂ ਆਪਾਂ ਉਹਨਾਂ ਦੇ ਹੁਕਮਨਾਮੇ ਪੜ੍ਹਦੇ ਹਾਂ ਕਿ ਉਹਨਾਂ ਨੇ ਉਮਰ ਜਿਹੜੀ ਸੀ ਉਹ ਨਿਰਧਾਰਿਤ ਕੀਤੀ, ਭਾਈ ਇਸ ਤੋਂ ਥੱਲੇ ਲੜਕੀ ਨਹੀਂ ਵਿਆਹੁਣੀ, ਇਸ ਤੋਂ ਥੱਲੇ ਲੜਕਾ ਨਹੀਂ ਵਿਆਹੁਣਾ। ਫਿਰ ਉਹਨਾਂ ਨੇ ਆ ਜਿਹੜੀ ਕਿਰਪਾ, ਅੱਜ ਵੀ ਇੱਕ ਆਨੰਦ ਕਾਰਜ ਹੋਇਆ, ਕੱਲ੍ਹ ਵੀ ਹੋਏ ਸਨ, ਇਹ ਕਿਰਪਾ ਕੀਤੀ ਸਿੱਖਾਂ ਦੇ ਉੱਤੇ, ਉਸ ਚੱਕਰ ਦੇ ਵਿੱਚੋਂ ਕੱਢ ਦਿੱਤਾ। ਜਿਹੜੇ ਸਿੱਖ ਜਾਂਦੇ ਸਨ ਉਹਨਾਂ ਪੰਡਤਾਂ ਤੋਂ ਪਹਿਲਾਂ ਸਮਾਂ ਲੈਂਦੇ ਸਨ, ਟਾਈਮ ਲੈਂਦੇ ਸਨ, ਤੇ ਉਹ ਪੰਡਤ ਵੀ ਉਹ ਟਾਈਮ ਵੇਖਦੇ ਸਨ, ਉਹ ਦਿਨ ਵੇਖਦੇ ਸਨ ਜਿਸ ਦਿਨ ਉਹ ਵਿਹਲੇ ਹੁੰਦੇ ਸਨ। ਜਿਸ ਦਿਨ ਉਹ ਵਿਹਲੇ ਨਹੀਂ ਸਨ ਹੁੰਦੇ, ਉਹ ਦਿਨ ਤਾਂ ਜਿਹੜਾ ਸੀ ਉਹ ਉਹਨਾਂ ਦੇ ਲਗਨ ਸ਼ਗਨ ਵਿੱਚ ਹੀ ਨਹੀਂ ਸੀ ਆਉਂਦਾ। ਇਸ ਕਰਕੇ ਉਹ ਉਹੀ ਦਿਨ ਦਿੰਦੇ ਜਿਹੜੇ ਟਾਈਮ ਉਹ ਵਿਹਲੇ ਹੁੰਦੇ। ਪਹਿਲਾਂ ਉਹਨਾਂ ਤੋਂ ਟਾਈਮ ਲਿਆ ਜਾਂਦਾ, ਪੱਤਰੀਆਂ ਕਢਾਈਆਂ ਜਾਂਦੀਆਂ, ਰਾਹੂ ਕੇਤੂ ਮਿਲਾਏ ਜਾਂਦੇ, ਕਈ ਕੁਛ ਹੁੰਦਾ। ਇੰਨਾ ਕੁਛ ਹੋਣ ਤੋਂ ਬਾਅਦ ਫਿਰ ਉਹ ਪੰਡਤ ਉਹਨਾਂ ਤੋਂ ਦਕਸ਼ਨਾ ਲੈਂਦੇ, ਭੋਜਨ ਖਾਂਦੇ, ਫਿਰ ਉਹਨਾਂ ਨੂੰ ਕਹਿੰਦੇ ਦੰਦ ਘਸਾਈ ਦਿਓ, ਵੀ ਅਸੀਂ ਦੰਦਾਂ ਦੇ ਨਾਲ ਤੁਹਾਡੀ ਰੋਟੀ ਖਾਧੀ, ਹੁਣ ਦੰਦ ਸਾਡੇ ਘਸੇ ਨੇ, ਫਿਰ ਦੰਦ ਘਸਾਈ ਦਿਓ। ਇੱਥੋਂ ਤੱਕ ਜਿਹੜੀਆਂ ਚੀਜ਼ਾਂ ਸਨ, ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਸਮਾਜ ਵਿੱਚੋਂ ਤੋੜੀਆਂ, ਚਲੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਇਹ ਬਚਪਨ ਦੇ ਹੀ ਦਿਨ ਨੇ ਜਦੋਂ ਸਤਿਗੁਰੂ ਜੀ ਇਹਨਾਂ
ਇਸੇ ਆਲੇ ਦੁਆਲੇ, ਇਸ ਆਲੇ ਦੁਆਲੇ ਦੇ ਵਿੱਚ, ਭੈਣੀ ਸਾਹਿਬ ਦੇ ਆਲੇ ਦੁਆਲੇ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਤੁਰਦੇ ਫਿਰਦੇ ਨੇ। ਰਾਮ ਧਨ ਆਪ ਜੀ ਦਾ ਬਚਪਨ ਦਾ ਪਹਿਲਾ ਨਾਮ ਰਾਮ ਧਨ ਸੀ, ਤੇ ਆਪ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬੈਠ ਜਾਣਾ, ਆਖਣਾ ਇਸ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਜਾਓ, ਸਮਾਧੀ ਲਾਵੋ, ਪਰਮੇਸ਼ਰ ਦਾ ਨਾਮ ਜਪੋ, ਰਾਮ ਰਾਮ ਕਹੋ। ਇਸ ਤਰ੍ਹਾਂ ਆਪਣੇ ਸਾਥੀਆਂ ਨੂੰ ਲੈ ਕੇ ਬੈਠੇ ਰਹਿਣਾ। ਹਜੇ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਾਅਦ ਵਿੱਚ ਪਿਤਾ ਜੱਸਾ ਸਿੰਘ ਦੇ ਨਾਲ ਵਾਈ ਖੇਤੀ ਦਾ ਕੰਮ ਜਾਂ ਲੁਹਾਰੇ ਤਰਖਾਣੇ ਦਾ ਕੰਮ ਕਰਨ ਲੱਗੇ। ਆਪ ਜੀ ਜਿੱਥੇ ਕੰਮ ਵੀ ਕਰਦੇ ਉੱਥੇ ਬਹੁਤਾ ਟਾਈਮ ਇਸੇ ਤਰ੍ਹਾਂ ਹੀ ਆਪਣੇ ਸਾਥੀਆਂ ਨੂੰ ਲੈ ਕੇ ਆਖਣਾ ਨਾਮ ਜਪੋ, ਇਹਦੇ ਵਿੱਚ ਵੱਡੇ ਜਿਹੜੇ ਨੇ ਉਹ ਸੁੱਖ ਪ੍ਰਾਪਤ ਹੋਣਗੇ। ਤਾਂ ਉਹਨਾਂ ਨੂੰ ਨਾਲ ਲੈ ਕੇ ਨਾਮ ਜਿਹੜਾ ਸੀ ਉਹ ਜਪਾਉਂਦੇ ਰਹਿਣਾ। ਇਸ ਤਰ੍ਹਾਂ ਸਤਿਗੁਰੂ ਜੀ ਦਾ ਜੀਵਨ ਜਿਹੜਾ ਹੈ ਅਗਲਾ ਚੱਲਦਾ। ਅੱਗੇ ਜਾ ਕੇ ਸਤਿਗੁਰੂ ਜੀ ਦੇ ਜਿਹੜਾ ਪਣਵਈਆ ਸੀ, ਸੱਚੇ ਪਾਤਸ਼ਾਹ ਜੀ ਦਾ ਦੋ ਭੈਣਾਂ ਸਨ, ਇੱਕ ਦਾ ਨਾਮ ਸੀ ਮਾਨ ਕੌਰ, ਇੱਕ ਦਾ ਨਾਮ ਸੀ ਉੱਤਮ ਕੌਰ। ਮਾਨ ਕੌਰ ਜਿਹੜੀ ਸੀ ਇਹ ਮੁੰਡੀਆ ਵਿਆਹੀ ਸੀ, ਲੁਧਿਆਣੇ ਨੂੰ ਜਾਈਏ ਰਸਤੇ ਵਿੱਚ ਪਿੰਡ ਆਉਂਦਾ ਮੁੰਡੀਆ, ਉੱਥੇ ਗੁਰਮੁਖ ਸਿੰਘ ਦੇ ਵੱਲ ਵਿਆਹੀ ਸੀ। ਤੇ ਦੂਸਰੀ ਭੈਣ ਸੀ ਉੱਤਮ ਕੌਰ, ਇਹ ਰਾਏਸਰ ਵਿਆਹੀ ਸੀ। ਉਸ ਦਾ ਪਤੀ ਦਾ ਨਾਮ ਸੀ ਕਾਬਲ ਸਿੰਘ, ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਜਾਂਦਾ ਫੌਜ ਦੇ ਵਿੱਚ। ਉਹ ਕਾਬਲ ਸਿੰਘ, ਇਹ ਰਾਏਪੁਰ ਦੇ ਬਹੁਤ ਸਾਰੇ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਆਉਂਦੇ ਨੇ। ਬਾਅਦ 'ਚੋਂ ਦਰਬਾਰਾ ਸਿੰਘ ਵੀ ਆਉਂਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੀ ਲੜਕੀ ਮਹਿਤਾਬੋ ਵੀ ਉਸੇ ਪਿੰਡ ਰਾਏਪੁਰ ਵਿਆਹੀ ਸੀ, ਉਸੇ ਹੀ ਖਾਨਦਾਨ ਦੇ ਵਿੱਚ। ਤਾਂ ਇਹ ਅਗਲੇ ਸਮੇਂ ਦੇ ਵਿੱਚ ਜਿਹੜੀਆਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਬਾਰੇ, ਅੱਗੇ ਫੌਜ ਦਾ ਜੀਵਨ ਜਿਹੜਾ ਹੈ ਉਹ ਕਿਸ ਤਰ੍ਹਾਂ ਰਹਿੰਦਾ, ਫਿਰ ਅੱਗੇ ਜਿਹੜਾ ਹੈ ਉਹ ਸਰਵਣ ਕਰਾਂਗੇ। ਸੋ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।